ਸਤਿ ਸ੍ਰੀ ਅਕਾਲ। ਖਬਰਾਂ ਦੇ ਬ੍ਰਿਟਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਰਿਐਲਟਰ ਗੁਰਜਿਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਮੈਂ ਆ ਬरुण कौर मान। पेश ने पहला चोणवीਆਂ ਖਬਰਾਂ। ਕੰਮ ਨਾ ਮਿਲਣ ਕਰਕੇ ਨਿਰਾਸ਼ਾ ਦੇ ਆਲਮ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ। ਅਮਰੀਕਾ 'ਚ ਤੇਜ਼ ਤੂਫਾਨ ਅਤੇ ਹੜ੍ਹ ਦਾ ਕਹਿਰ, ਬਿਜਲੀ ਠੱਪ ਅਤੇ ਹਵਾਈ ਆਵਾਜਾਈ ਪ੍ਰਭਾਵਿਤ। ਅਮਰੀਕੀ ਅਧਿਕਾਰੀਆਂ ਦੇ ਨਾਲ ਰਲ ਕੇ ਕੀਤੀ ਜਾਂਚ ਵਿੱਚ ਟੋਰਾਂਟੋ ਪੁਲਿਸ ਨੇ 42 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ। ਮਾਂਚੈਸਟਰ ਨੇੜੇ ਜੰਗਲਾਂ 'ਚ ਲੱਗੀ ਅੱਗ, 500 ਏਕੜ ਵਿੱਚ ਫੈਲੀ। ਮੰਦਭਾਗੀ ਖਬਰ, ਪੜ੍ਹਾਈ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ ਵਿੱਚ ਮੌਤ। ਅਮਰੀਕਾ 'ਚ ਭਾਰਤੀ ਮੂਲ ਦੇ 2 ਅਧਿਕਾਰੀ 1 ਅਰਬ ਦੀ ਧੋਖਾਧੜੀ ਮਾਮਲੇ 'ਚ ਦੋਸ਼ੀ ਕਰਾਰ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀ ਜੋ ਪੜ੍ਹਾਈ ਲਈ ਕੈਨੇਡਾ ਗਏ ਨੇ, ਉਹਨਾਂ ਨੂੰ ਹੁਣ ਕੰਮ ਨਾ ਮਿਲਣ ਕਰਕੇ ਕਾਫੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਉਹਨਾਂ ਦੇ ਹੋਰ ਸਾਰੇ ਕੰਮ ਵੀ ਰੁਕੇ ਹੋਏ ਨੇ, ਜਿਸ ਕਰਕੇ ਬੱਚੇ ਨਿਰਾਸ਼ਾ ਦੇ ਆਲਮ ਦੇ ਵਿੱਚ ਨੇ। ਬੱਚਿਆਂ ਨੂੰ ਕੰਮ ਨਾ ਮਿਲਣ ਕਰਕੇ ਵੱਡੀ ਮੁਸੀਬਤ ਚੱਲਣੀ ਪੈ ਰਹੀ ਹੈ। ਜ਼ਿਕਰਯੋਗ ਹੈ ਕਿ ਚਾਈਨਾ, ਥਾਈਲੈਂਡ, ਫਿਲੀਪੀਨਸ ਵਰਗੇ ਮੁਲਕਾਂ ਤੋਂ ਗਏ ਬੱਚੇ ਖਾਣਾ ਬਣਾਉਣ ਤੇ ਵਰਤਾਉਣ ਵਿੱਚ ਇੰਨੇ ਕੁ ਮਾਹਿਰ ਨੇ ਕਿ ਦੂਜੇ ਮੁਲਕਾਂ ਦੇ ਬੱਚੇ ਉਹਨਾਂ ਦੇ ਮੁਕਾਬਲੇ ਉੱਥੇ ਕੰਮ ਨਹੀਂ ਕਰ ਸਕਦੇ, ਜਿਸ ਕਰਕੇ ਹੋਟਲ ਤੇ ਹੋਰ ਵੱਡੇ ਅਦਾਰਿਆਂ ਦੇ ਮਾਲਕ ਇਹਨਾਂ ਬੱਚਿਆਂ ਨੂੰ ਵੱਧ ਪੈਸਿਆਂ 'ਚ ਨੌਕਰੀ ਵੀ ਦੇ ਰਹੇ ਨੇ, ਜਿਸ ਕਰਕੇ ਸਾਡੇ ਪੰਜਾਬ ਤੋਂ ਗਏ ਹੋਏ ਬੱਚੇ ਥੋੜਾ ਪਿੱਛੇ ਰਹਿ ਰਹੇ ਨੇ। ਅਮਰੀਕਾ ਦੇ ਫੋਰਟ ਲਾਡਰਡੇਲ ਵਿੱਚ ਕੁਝ ਘੰਟਿਆਂ 'ਚ ਲਗਭਗ 1 ਫੁੱਟ ਮੀਂਹ ਪਿਆ, ਜਿਸ ਕਾਰਨ ਵਿਆਪਕ ਹੜ੍ਹ ਆ ਗਿਆ। ਇਸ ਮਗਰੋਂ ਸ਼ਹਿਰ ਦੇ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਅਤੇ ਬਰਵਾਰਡ ਕਾਉਂਟੀ ਖੇਤਰ ਵਿੱਚ ਹਾਈ ਸਪੀਡ ਯਾਤਰੀ ਰੇਲ ਸੇਵਾ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ। ਫੋਰਟ ਲਾਡਰਡੇਲ ਸ਼ਹਿਰ ਨੇ ਬੁੱਧਵਾਰ ਸ਼ਾਮ ਨੂੰ ਇੱਕ ਬਿਆਨ ਜਾਰੀ ਕਰਕੇ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਪਾਣੀ ਦੇ ਘੱਟ ਹੋਣ ਤੱਕ ਸੜਕਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਬਿਆਨ ਵਿੱਚ ਕਿਹਾ ਗਿਆ ਕਿ ਪੁਲਿਸ ਅਤੇ ਫਾਇਰ ਰੈਸਕਿਊ ਸੇਵਾ ਦੇ ਲਈ ਕਾਲਾਂ ਦਾ ਜਵਾਬ ਦੇਣਾ ਜਾਰੀ ਰੱਖਦੇ ਨੇ। ਪਬਲਿਕ ਵਰਕਸ ਸਟਾਫ ਜਿੰਨੀ ਜਲਦੀ ਹੋ ਸਕੇ ਪਾਣੀ ਨੂੰ ਘੱਟ ਕਰਨ ਦੇ ਲਈ ਡਰੇਨਾਂ ਨੂੰ ਸਾਫ਼ ਕਰ ਰਿਹਾ ਹੈ ਅਤੇ ਪੰਪ ਚਲਾ ਰਿਹਾ ਹੈ। ਰਾਸ਼ਟਰੀ ਮੌਸਮ ਸੇਵਾ ਨੇ ਫੋਰਟ ਲਾਡਰਡੇਲ ਅਤੇ ਹੋਰ ਖੇਤਰਾਂ ਲਈ ਇੱਕ ਫਲੈਸ਼ ਹੜ੍ਹ ਐਮਰਜੈਂਸੀ ਜਾਰੀ ਕੀਤੀ ਹੈ, ਜੋ ਵੀਰਵਾਰ ਨੂੰ ਸਵੇਰ ਤੋਂ ਪਹਿਲੇ ਦੇ ਘੰਟਿਆਂ ਤੱਕ ਚੱਲੇਗੀ, ਕਿਉਂਕਿ ਪੂਰੇ ਖੇਤਰ ਵਿੱਚ ਗਰਜ ਤੂਫਾਨ ਦੀ ਸੰਭਾਵਨਾ ਜਾਰੀ ਹੈ। ਜ਼ਖਮੀਆਂ ਜਾਂ ਮੌਤਾਂ ਦੀ ਕੋਈ ਤੁਰੰਤ ਰਿਪੋਰਟ ਨਹੀਂ ਹੈ। ਬੁੱਧਵਾਰ ਤੱਕ ਪੂਰੇ ਖੇਤਰ ਵਿੱਚ 14 ਇੰਚ ਤੱਕ ਗਿਰਾਵਟ ਦਰਜ ਕੀਤੀ ਗਈ ਸੀ ਅਤੇ ਰਾਸ਼ਟਰੀ ਮੌਸਮ ਸੇਵਾ ਵਿਭਾਗ ਨੇ ਕਿਹਾ ਕਿ ਹੋਰ 2 ਤੋਂ 4 ਇੰਚ ਸੰਭਵ ਹੈ, ਜਿਸ ਨਾਲ ਤੂਫਾਨ ਆਉਣ ਦੀ ਸੰਭਾਵਨਾ ਹੈ। ਹਾਲੀਵੁੱਡ ਦੇ ਮੇਅਰ ਜੋਸ਼ ਨੇ CNN ਨੂੰ ਦੱਸਿਆ ਕਿ ਖੇਤਰ ਵਿੱਚ ਪਹਿਲਾਂ ਹੀ ਕਈ ਦਿਨ ਮੀਂਹ ਪੈ ਚੁੱਕਿਆ, ਜਿਸ ਨਾਲ ਤੂਫਾਨ ਆਉਣ ਦੀ ਸੰਭਾਵਨਾ ਹੈ। ਹਾਲੀਵੁੱਡ ਦੇ ਮੇਅਰ ਜੋਸ਼ ਲੇਵੀ ਨੇ CNN ਨੂੰ ਦੱਸਿਆ ਕਿ ਖੇਤਰ ਵਿੱਚ ਪਹਿਲਾਂ ਹੀ ਕਈ ਦਿਨ ਮੀਂਹ ਪੈ ਚੁੱਕਾ, ਜ਼ਮੀਨ ਪਹਿਲਾਂ ਹੀ ਸੰਤ੍ਰਿਪਤ ਸੀ ਅਤੇ ਇਸ ਦੇ ਲਈ ਸਾਡੇ ਸਾਰੇ ਸ਼ਹਿਰ ਅਤੇ ਪੂਰੇ ਦੱਖਣੀ ਫਲੋਰੀਡਾ ਦੇ ਵਿੱਚ ਵਿਆਪਕ ਹੜ੍ਹ ਹੈ। ਬਹੁਤ ਸਾਰੇ ਸੜਕ ਮਾਰਗ ਆਯੋਗ ਨੇ ਬਹੁਤ ਸਾਰੇ ਵਾਹਨ ਸਾਡੇ ਰੋਡਵੇਜ਼ ਦੇ ਵਿਚਕਾਰ ਫਸ ਗਏ ਤੇ ਛੱਡ ਦਿੱਤੇ ਗਏ। poweroutage.us ਦੇ ਅਨੁਸਾਰ ਫਲੋਰੀਡਾ ਦੇ ਵਿੱਚ 22,000 ਤੋਂ ਵੱਧ ਗਾਹਕ ਬੁੱਧਵਾਰ ਰਾਤ ਬਿਜਲੀ ਤੋਂ ਬਿਨਾਂ ਸਨ। ਸਾਰੇ ਬਰਵਾਰਡ ਕਾਉਂਟੀ ਪਬਲਿਕ ਸਕੂਲ ਵੀਰਵਾਰ ਨੂੰ ਬੰਦ ਰਹਿਣਗੇ। ਲਗਾਤਾਰ ਮੀਂਹ ਕਾਰਨ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ। ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ। ਹਵਾਈ ਅੱਡੇ ਦਾ ਸੰਚਾਲਨ ਵੀਰਵਾਰ ਤੱਕ ਬੰਦ ਰਹਿਣ ਦੀ ਉਮੀਦ ਹੈ। ਭਾਰੀ ਮੀਂਹ ਨੇ ਦੱਖਣੀ ਫਲੋਰੀਡਾ ਦੇ ਹਾਈ ਸਪੀਡ ਕੰਮਿਊਟਰ ਰੇਲ ਸੇਵਾ ਨੂੰ ਵੀ ਬੰਦ ਕਰਨ ਦੇ ਲਈ ਪ੍ਰੇਰਿਤ ਕੀਤਾ ਔਰ ਨਾਲ ਦੇ ਨਾਲ ਬੁੱਧਵਾਰ ਸ਼ਾਮ ਨੂੰ ਟਵਿੱਟਰ ਤੇ ਪੋਸਟ ਵੀ ਕੀਤਾ ਗਿਆ ਸੀਗਾ ਕਿ ਮਿਆਮੀ ਅਤੇ ਫੋਰਟ ਵਿਚਕਾਰ ਰੇਲ ਸੇਵਾ ਮੁਅੱਤਲ ਕਰ ਦਿੱਤੀ ਗਈ। ਟੋਰਾਂਟੋ ਪੁਲਿਸ ਦੇ ਵੱਲੋਂ ਹਥਿਆਰਾਂ ਦੇ ਸੰਬੰਧ ਦੇ ਵਿੱਚ ਕੀਤੀ ਗਈ ਜਾਂਚ ਦੇ ਨਤੀਜੇ ਨਸ਼ਰ ਕੀਤੇ ਗਏ ਨੇ। ਇਹ ਜਾਂਚ ਅਮਰੀਕੀ ਅਧਿਕਾਰੀਆਂ ਨਾਲ ਰਲ ਕੇ ਕੀਤੀ ਗਈ ਤੇ ਇਸ ਦੌਰਾਨ 42 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹਥਿਆਰਾਂ ਨਾਲ ਸੰਬੰਧਿਤ 400 ਤੋਂ ਵੱਧ ਚਾਰजेस ਲਗਾਏ ਗਏ। ਟੋਰਾਂਟੋ ਪੁਲਿਸ ਦੇ ਵੱਲੋਂ ਇਹਨਾਂ ਚਾਰजेस ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ। ਇਸ ਵਾਸਤੇ ਕੀਤੀ ਗਈ ਜਾਂਚ ਨੂੰ 1 ਸਾਲ ਦਾ ਸਮਾਂ ਲੱਗਿਆ ਤੇ ਜਾਂਚ ਨੂੰ ਪ੍ਰੋਜੈਕਟ ਮਨੀ ਪੈਨੀ ਦਾ ਨਾਂ ਦਿੱਤਾ ਗਿਆ। ਕੈਨੇਡਾ ਤੇ ਅਮਰੀਕਾ ਤੋਂ ਗੈਰ ਕਾਨੂੰਨੀ ਨਸ਼ੀਲੇ ਪਦਾਰਥ, ਨਗਦੀ ਤੇ 173 ਹਥਿਆਰ ਬਰਾਮਦ ਕੀਤੇ ਗਏ। ਕੈਨੇਡੀਅਨ ਅਧਿਕਾਰੀਆਂ ਨੇ ਆਖਿਆ ਕਿ ਪ੍ਰੋਜੈਕਟ ਮਨੀ ਪੈਨੀ ਤੇ ਪ੍ਰੋਜੈਕਟ ਜ਼ੋਰੋ ਯਾਰਕ ਰੀਜਨ ਵਿੱਚ ਹਥਿਆਰਾਂ ਲਈ
ਚਲਾਈਆਂ ਗਈਆਂ ਪਹਿਲਕਦਮੀਆਂ ਤਹਿਤ ਬਰਾਮਦ ਕੀਤੇ ਗਏ ਬਹੁਤੇ ਹਥਿਆਰ ਅਮਰੀਕਾ ਤੋਂ ਆਏ ਸਨ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇਹਨਾਂ ਦੋਵਾਂ ਪ੍ਰੋਜੈਕਟਾਂ ਤਹਿਤ ਅੰਡਰਕਵਰ ਅਧਿਕਾਰੀਆਂ ਨੇ ਵੱਡੀ ਮਾਤਰਾ ਦੇ ਵਿੱਚ ਫੈਂਟਾਲਾਈਨ, ਕੋਕੀਨ ਤੇ 25 ਹਥਿਆਰ ਉਹਨਾਂ ਵਿਅਕਤੀਆਂ ਤੋਂ ਖਰੀਦੇ ਨੇ ਜਿਨ੍ਹਾਂ ਦੀ ਇਸ ਦੌਰਾਨ ਸ਼ਨਾਖਤ ਕੀਤੀ ਗਈ ਸੀ। ਅਮਰੀਕੀ ਅਧਿਕਾਰੀਆਂ ਨਾਲ ਕੰਮ ਕਰਨ ਦੇ ਨਾਲ-ਨਾਲ ਟੋਰਾਂਟੋ ਦੇ ਅਧਿਕਾਰੀਆਂ ਨੇ ਦਰਹਾਮ ਯਾਰਕ, OPP ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨਾਲ ਰਲ ਕੇ ਕੰਮ ਵੀ ਕੀਤਾ। ਇਹ ਵੀ ਦੱਸਿਆ ਗਿਆ ਹੈ ਕਿ ਕਈ ਵਿਅਕਤੀ ਟੋਰਾਂਟੋ ਤੇ GTA ਵਿੱਚ ਗੈਰ ਕਾਨੂੰਨੀ ਹਥਿਆਰਾਂ ਨੂੰ ਵੇਚਣ ਦਾ ਕੰਮ ਕਰ ਰਹੇ ਨੇ। ਇੱਥੇ ਹੀ ਉਹਨਾਂ ਨੇ ਵਿਅਕਤੀਆਂ ਵੱਲੋਂ ਅੰਡਰਕਵਰ ਅਧਿਕਾਰੀਆਂ ਨੂੰ ਗੈਰ ਕਾਨੂੰਨੀ ਹਥਿਆਰ ਵੀ ਵੇਚੇ ਗਏ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਹਥਿਆਰ ਅਮਰੀਕਾ ਤੋਂ ਕੈਨੇਡਾ ਸਮਗਲ ਕੀਤੇ ਗਏ ਤੇ ਫਿਰ ਇਹਨਾਂ ਨੂੰ ਇੱਥੇ ਕੈਨੇਡਾ ਵਿੱਚ ਗੈਰ ਕਾਨੂੰਨੀ ਤੌਰ ਉੱਤੇ ਵੇਚਿਆ ਗਿਆ। ਐਰੀਜ਼ੋਨਾ ਦੇ ਇੱਕ ਵਸਨੀਕ ਵੱਲੋਂ ਗੱਡੀ ਦੇ ਵਿੱਚ ਸ਼ਿਕਾਗੋ ਤੋਂ 87 ਹੈਂਡਗਨਸ ਕੈਨੇਡਾ ਲਿਆਂਦੀਆਂ ਗਈਆਂ। ਗੈਰ ਕਾਨੂੰਨੀ ਹਥਿਆਰ ਐਰੀਜ਼ੋਨਾ, ਫਲੋਰੀਡਾ, ਨਾਰਥ ਕੈਰੋਲੀਨਾ, ਜਾਰਜੀਆ, ਓਹਾਇਓ ਤੇ ਟੈਕਸਾਸ ਵਿੱਚ ਤਿਆਰ ਕੀਤੇ ਗਏ। ਟੋਰਾਂਟੋ ਪੁਲਿਸ ਦੇ ਡਿਪਟੀ ਚੀਫ ਨੇ ਕੈਨੇਡਾ ਤੇ ਅਮਰੀਕਾ ਦੀਆਂ ਲਾਅ ਇਨਫੋਰਸਮੈਂਟ ਏਜੰਸੀਆਂ ਦਾ ਸ਼ੁਕਰੀਆ ਅਦਾ ਕੀਤਾ। ਅਮਰੀਕਾ ਵਿੱਚ ਮੌਨਚੈਸਟਰ ਟਾਊਨਸ਼ਿਪ ਨੇੜੇ ਜੰਗਲਾਂ 'ਚ ਲੱਗੀ ਅੱਗ 500 ਏਕੜ ਵਿੱਚ ਫੈਲ ਗਈ ਹੈ ਅਤੇ ਫਾਇਰ ਫਾਈਟਰਸ ਇਸ ਨੂੰ ਬੁਝਾਉਣ ਦੇ ਲਈ ਸਖਤ ਮਿਹਨਤ ਕਰ ਰਹੇ ਨੇ। ਨਿਊ ਜਰਸੀ ਫੋਰੈਸਟ ਫਾਇਰ ਸਰਵਿਸਿਜ਼ ਨੇ ਮੰਗਲਵਾਰ ਨੂੰ ਦੱਸਿਆ ਕਿ ਨੇਜਦੀਪ ਫੋਰੈਸਟ ਫਾਇਰ ਅਤੇ ਮੈਕਗਾਇਰ ਡਿਕਸ ਦੇ ਜਿਹੜੇ ਫਾਇਰ ਡਿਪਾਰਟਮੈਂਟ ਦੀ ਯੂਨੀਫਾਈਡ ਕਮਾਂਡ ਦੇ ਫਾਇਰ ਫਾਈਟਰ ਮੌਨਚੈਸਟਰ ਟਾਊਨਸ਼ਿਪ ਤੇ ਜੰਗਲ 'ਚ ਲੱਗੀ ਅੱਗ ਨੂੰ ਬੁਝਾਉਣ ਰੂਟ 539 ਅਤੇ ਹੌਰੀਕਨ ਐਵਨਿਊ ਦੇ ਨਾਲ ਰਾਜ ਦੀ ਅਤੇ ਨਿੱਜੀ ਸੰਪਤੀ ਨੂੰ ਬਚਾਉਣ ਵਿੱਚ ਲੱਗੇ ਹੋਏ ਨੇ। ਅੱਗ 500 ਏਕੜ ਵਿੱਚ ਫੈਲ ਗਈ ਹੈ ਤੇ ਇਸ ਤੇ ਕੇਵਲ 10% ਹਿੱਸੇ ਤੇ ਕਾਬੂ ਪਾਇਆ ਜਾ ਸਕਿਆ। ਉਹਨਾਂ ਨੇ ਦੱਸਿਆ ਕਿ ਫਾਇਰ ਫਾਈਟਰਸ ਨੇ ਅੱਗ ਤੇ ਕਾਬੂ ਪਾਉਣ ਦੇ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਫਾਇਰ ਸਰਵਿਸ ਨੇ ਟਵੀਟ ਕਰਕੇ ਕਿਹਾ ਕਿ ਅੱਗ ਦੇ ਨਾਲ 25 ਇਮਾਰਤਾਂ ਨੂੰ ਖਤਰਾ ਹੈ। ਉਹਨਾਂ ਨੇ ਕਿਹਾ ਕਿ ਓਸ਼ਨ ਕਾਉਂਟੀ ਦੇ ਸਥਾਨਕ ਵॉलੰਟੀਅਰ ਅੱਗ ਤੋਂ ਇਮਾਰਤਾਂ ਦੀ ਰੱਖਿਆ ਕਰ ਰਹੇ ਨੇ। ਫਾਇਰ ਸਰਵਿਸ ਨੇ ਦੱਸਿਆ ਕਿ ਲੌਂਗ ਸਵਾਂਪ ਰੋਡ ਅਤੇ ਰੂਟ 70 ਦੇ ਵਿਚਕਾਰ ਰੂਟ 539 ਨੂੰ ਬੰਦ ਕਰ ਦਿੱਤਾ ਗਿਆ ਅਤੇ ਰੂਟ 70 ਤੇ ਹੌਰੀਕਨ ਐਵਨਿਊ ਬੰਦ ਹੈ। ਉਹਨਾਂ ਨੇ ਦੱਸਿਆ ਕਿ ਨਿਊ ਜਰਸੀ ਦੇ ਲੈਕਹਰਸਟ ਬੋਰੋ ਵਿੱਚ ਡਿਵੀਜ਼ਨ ਸਟਰੀਟ ਦੇ ਵਸਨੀਕਾਂ ਲਈ ਇੱਕ ਲਾਜ਼ਮੀ ਨਿਕਾਸੀ ਦਾ ਆਦੇਸ਼ ਜਾਰੀ ਕੀਤਾ ਗਿਆ। ਫਾਇਰ ਸਰਵਿਸ ਨੇ ਅੱਗ ਬੁਝਾਉਣ ਵਾਲੇ ਖੇਤਰ ਵਿੱਚ ਡਰੋਨ ਨਾ ਉਡਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਡਰੋਨ ਜੰਗਲ ਦੀ ਅੱਗ ਦੇ ਉੱਪਰ ਜਾਂ ਨੇੜੇ ਉੱਡਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਜੰਗਲਾਤ ਫਾਇਰ ਸਰਵਿਸ ਤੇ ਹਵਾਈ ਸਹਾਇਤਾ ਨਾਲ ਡੇਗ ਦਿੱਤਾ ਜਾਏਗਾ। ਕੈਨੇਡਾ ਦੀ ਧਰਤੀ ਤੋਂ ਇੱਕ ਬੇहद ਮੰਦਭਾਗੀ ਖਬਰ ਸਾਹਮਣੇ ਆਈ। ਭਵਾਨੀਗੜ੍ਹ ਸ਼ਹਿਰ ਦੇ ਨੇੜਲੇ ਪਿੰਡ ਬਲਿਆਲ ਦੇ 26 ਸਾਲਾ ਨੌਜਵਾਨ ਦੀ ਕੈਨੇਡਾ ਦੇ ਕੈਲਗਰੀ ਨੇੜੇ ਇੱਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਿਆਲ ਪਿੰਡ ਦੇ ਸਰਪੰਚ ਨੇ ਦੱਸਿਆ ਹੈ ਯਾਨੀ ਕਿ ਅਮਰੇਲ ਸਿੰਘ ਹੁਣਾਂ ਨੇ ਦੱਸਿਆ ਕਿ ਦਲਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਕਲੇਰ ਕਰੀਬ 20 ਮਹੀਨੇ ਪਹਿਲਾਂ ਪੜ੍ਹਾਈ ਦੇ ਲਈ ਕੈਨੇਡਾ ਗਿਆ ਸੀ ਤੇ ਓਨਟਾਰੀਓ ਦੇ ਮਿਸੀਸਾਗਾ ਸ਼ਹਿਰ ਵਿੱਚ ਰਹਿੰਦਾ ਸੀ। ਬੀਤੇ ਐਤਵਾਰ ਜਦੋਂ ਦਲਵੀਰ ਸਿੰਘ ਟਰੱਕ ਚਲਾ ਕੇ ਜਾ ਰਿਹਾ ਸੀ ਤਾਂ ਇਸ ਦੌਰਾਨ ਓਵਰਟੇਕ ਕਰਦੇ ਸਮੇਂ ਇੱਕ ਟਰੱਕ ਟਰਾਲੇ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਦੁਰਘਟਨਾ ਦੇ ਵਿੱਚ ਦਲਵੀਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਸਰਪੰਚ ਨੇ ਦੱਸਿਆ ਕਿ ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਅਜੇ ਕੁਆਰਾ ਸੀ। ਦਲਵੀਰ ਸਿੰਘ ਦੀ ਮੌਤ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਹੈ। ਉਧਰ ਪਿੰਡ ਵਾਸੀਆਂ ਤੇ ਨਗਰ ਪੰਚਾਇਤ ਨੇ ਕੇਂਦਰ ਅਤੇ ਸੂਬਾ ਸਰਕਾਰ ਤੋਂ ਮ੍ਰਿਤਕ ਨੌਜਵਾਨਾਂ ਦੀ ਦੇਹ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਅਮਰੀਕਾ ਦੇ ਸ਼ਿਕਾਗੋ ਸਥਿਤ ਸਟਾਰਟਅਪ 'ਚ ਕੰਮ ਕਰਨ ਵਾਲੇ 2 ਭਾਰਤੀ ਮੂਲ ਦੇ ਅਧਿਕਾਰੀਆਂ ਨੂੰ $1 ਅਰਬ ਦੀ ਧੋਖਾਧੜੀ ਮਾਮਲੇ 'ਚ ਦੋਸ਼ੀ ਪਾਇਆ ਗਿਆ। ਉਹ ਇੱਕ ਯੋਜਨਾ ਜ਼ਰੀਏ ਗਾਹਕਾਂ ਤੇ ਨਿਵੇਸ਼ਕਾਂ ਨੂੰ ਨਿਸ਼ਾਨਾ ਬਣਾ ਰਹੇ ਸੀ। ਟ੍ਰਾਇਲ ਤੋਂ ਬਾਅਦ ਜਿਊਰੀ ਨੇ ਮੰਗਲਵਾਰ ਨੂੰ ਸਿਹਤ ਟੈਕਨੋਲੋਜੀ ਕੰਪਨੀ ਆਊਟਕਮ ਹੈਲਥ ਦੇ ਸਹਿ ਸੰਸਥਾਪਕ ਤੇ ਸਾਬਕਾ CEO ਰਿਸ਼ੀ ਸ਼ਾਹ ਨੂੰ 22 ਚੋਂ 19 ਮਾਮਲਿਆਂ 'ਚ ਸਹਿ ਸੰਸਥਾਪਕ ਤੇ ਸਾਬਕਾ ਚੇਅਰਮੈਨ ਸ਼ਰਦਾ ਅਗਰਵਾਲ ਨੂੰ 17 ਚੋਂ 15 ਮਾਮਲਿਆਂ 'ਚ ਦੋਸ਼ੀ ਪਾਇਆ। ਉੱਥੇ ਸਾਬਕਾ ਮੁਖੀ ਸੰਚਾਲਨ ਅਧਿਕਾਰੀ ਬ੍ਰੈਡ ਨੂੰ 15 ਚੋਂ 13 ਮਾਮਲਿਆਂ 'ਚ ਦੋਸ਼ੀ ਠਹਿਰਾਇਆ ਹੈ। ਸ਼ਾਹ ਨੂੰ ਮੇਲ ਫਰਾਡ ਦੇ 5 ਮਾਮਲਿਆਂ, ਬੈਂਕ ਧੋਖਾਧੜੀ ਦੇ 2 ਮਾਮਲਿਆਂ ਤੇ ਮਨੀ ਲਾਂਡਰਿੰਗ ਦੇ 2 ਮਾਮਲਿਆਂ 'ਚ ਦੋਸ਼ੀ ਠਹਿਰਾਇਆ ਗਿਆ। ਉਧਰ ਸ਼ਰਦਾ ਅਗਰਵਾਲ ਨੂੰ ਮੇਲ ਫਰਾਡ ਦੇ 5 ਮਾਮਲਿਆਂ, ਵਾਇਰ ਫਰਾਡ ਦੇ 8 ਮਾਮਲਿਆਂ ਤੇ ਬੈਂਕ ਧੋਖਾਧੜੀ ਦੇ 2 ਮਾਮਲਿਆਂ 'ਚ ਦੋਸ਼ੀ ਠਹਿਰਾਇਆ ਗਿਆ। ਬੈਂਕ ਧੋਖਾਧੜੀ ਦੇ ਹਰ ਮਾਮਲੇ 'ਚ ਦੋਸ਼ੀਆਂ ਨੂੰ ਵੱਧ ਤੋਂ ਵੱਧ 30 ਸਾਲ ਦੀ ਜੇਲ੍ਹ ਤੇ ਵਾਇਰ ਧੋਖਾਧੜੀ ਤੇ ਮੇਲ ਧੋਖਾਧੜੀ ਦੇ ਹਰ ਮਾਮਲੇ 'ਚ 20 ਸਾਲ ਕੈਦ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਇਰ ਫਰਾਡ ਧੋਖਾਧੜੀ ਦੀ ਅਜਿਹੀ ਕਿਸਮ ਹੈ ਜਿਸ ਵਿੱਚ ਕਿਸੇ ਤਰ੍ਹਾਂ ਦੇ ਦੂਰ ਸੰਚਾਰ ਜਾਂ ਇੰਟਰਨੈਟ ਦੀ ਵਰਤੋਂ ਸ਼ਾਮਲ ਹੈ। ਸਿੰਗਾਪੁਰ ਦੇ ਸੈਂਟਰਲ ਵਿਜੀਲੈਂਸ ਡਿਸਟ੍ਰਿਕਟ ਵਿੱਚ ਕਥਿਤ ਤੌਰ ਤੇ ਕੁਹਾੜੀ ਨਾਲ ਹਮਲਾ ਕਰਨ ਵਾਲੇ 25 ਸਾਲਾ ਭਾਰਤੀ ਮੂਲ ਦੇ ਵਿਅਕਤੀ ਤੇ ਬੁੱਧਵਾਰ ਨੂੰ ਅਦਾਲਤ ਵਿੱਚ ਮਾਰ ਕੁੱਟ ਤੇ ਹੋਰ ਅਪਰਾਧਾਂ ਦਾ ਦੋਸ਼ ਲਗਾਇਆ ਗਿਆ। YouTube ਤੇ ਪੋਸਟ ਇੱਕ ਵੀਡੀਓ ਦੇ ਵਿੱਚ ਮੈਨੂੰ
ਮਨੋਹਰ ਸਿੰਗਾਪੁਰ ਦੇ CBD ਸਟੈਮਫੋਰਡ ਰੋਡ ਤੇ ਕੁਹਾੜੀ ਲਹਿਰਾਉਂਦਾ ਨਜ਼ਰ ਆ ਰਿਹਾ ਹੈ। ਉਹ ਸੜਕ ਪਾਰ ਕਰਕੇ ਰਾਫੇਲ ਸਿਟੀ ਸ਼ਾਪਿੰਗ ਮਾਲ ਵੱਲ ਜਾਂਦਾ ਨਜ਼ਰ ਆ ਰਿਹਾ ਹੈ। ਕੁਝ ਸਮੇਂ ਬਾਅਦ ਟ੍ਰੈਫਿਕ ਕੋਲ ਮੌਜੂਦ ਪੁਲਿਸ ਵੱਲ ਜਾਂਦਾ ਵੀ ਨਜ਼ਰ ਆਇਆ। ਬਾਅਦ ਵਿੱਚ ਪੁਲਿਸ ਵੱਲੋਂ ਬੰਦੂਕ ਤਾਣੇ ਜਾਣ ਤੇ ਉਹ ਕੁਹਾੜੀ ਸੁੱਟ ਦਿੰਦਾ ਹੈ। ਪੁਲਿਸ ਮੁਤਾਬਕ ਉਸ ਨੂੰ ਸਟੈਮਫੋਰਡ ਰੋਡ ਤੇ ਮੰਗਲਵਾਰ ਸਵੇਰੇ ਝਗੜੇ ਦੀ ਸੂਚਨਾ ਮਿਲੀ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਵੀਡੀਓ ਝਗੜੇ ਤੋਂ ਪਹਿਲਾਂ ਦਾ ਹੈ ਜਾਂ ਬਾਅਦ ਦਾ। ਪੁਲਿਸ ਨੇ ਕੰਮ 'ਚ ਰੁਕਾਵਟ ਪਾਉਣ, ਇਤਰਾਜ਼ਯੋਗ ਹਥਿਆਰ ਰੱਖਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਵਿਸ਼ਵ ਬੈਂਕ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਯੂਕਰੇਨ ਨੂੰ ਆਪਣੇ ਊਰਜਾ ਬੁਨਿਆਦੀ ਢਾਂਚੇ ਦੀ ਮੁਰੰਮਤ ਦੇ ਲਈ $200 ਮਿਲੀਅਨ ਦੀ ਗ੍ਰਾਂਟ ਪ੍ਰਦਾਨ ਕਰੇਗਾ। ਵਿਸ਼ਵ ਬੈਂਕ ਨੇ ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚੇ ਦੀ ਮੁਰੰਮਤ ਦੇ ਲਈ ਇੱਕ ਪ੍ਰੋਜੈਕਟ ਦੇ ਲਈ $200 ਮਿਲੀਅਨ ਦੀ ਗ੍ਰਾਂਟ ਫੰਡਿੰਗ ਦਾ ਐਲਾਨ ਕੀਤਾ। ਪ੍ਰੋਜੈਕਟ ਲਈ ਫੰਡਿੰਗ ਯੂਕਰੇਨ ਰਿਲੀਫ, ਰਿਕਵਰੀ, ਪੁਨਰ ਨਿਰਮਾਣ ਅਤੇ ਸੁਧਾਰ ਟਰਸਟ ਫੰਡ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਵਿੱਚ $300 ਮਿਲੀਅਨ ਤੱਕ ਦੀ ਵਾਧੂ ਫੰਡਿੰਗ ਗ੍ਰਾਂਟਾਂ ਅਤੇ ਹੋਰ ਯੋਗਦਾਨ ਦੁਆਰਾ ਆਉਣ ਦੀ ਕਲਪਨਾ ਕੀਤੀ ਗਈ ਹੈ, ਕਿਉਂਕਿ ਪ੍ਰੋਜੈਕਟ ਇਸ ਦੇ ਦਾਇਰੇ ਦਾ ਵਿਸਥਾਰ ਕਰਦਾ ਹੈ। ਬਿਆਨ 'ਚ ਕਿਹਾ ਗਿਆ ਕਿ ਵਿਸ਼ਵ ਬੈਂਕ ਦੇ ਸੰਚਾਲਨ ਦੇ ਪ੍ਰਬੰਧਨ ਨਿਰਦੇਸ਼ ਅੰਨਾ ਬਸ਼ਤੇ ਨੇ ਯੂਕਰੇਨ ਦੇ ਨਾਲ ਸੰਗਠਨ ਦੀ ਭਾਈਵਾਲੀ ਨੂੰ ਬਹੁਤ ਮਜ਼ਬੂਤ ਦੱਸਿਆ। ਉਹਨਾਂ ਨੇ ਕਿਹਾ ਕਿ ਊਰਜਾ ਬੁਨਿਆਦੀ ਢਾਂਚੇ ਨੂੰ ਪਿਛਲੇ ਸਾਲ $11 ਬਿਲੀਅਨ ਦਾ ਨੁਕਸਾਨ ਹੋਇਆ ਅਤੇ ਇਹ ਸਭ ਤੋਂ ਮਹੱਤਵਪੂਰਨ ਖੇਤਰਾਂ 'ਚੋਂ ਇੱਕ ਹੈ ਜਿੱਥੇ ਯੂਕਰੇਨ ਨੂੰ ਤੁਰੰਤ ਸਹਾਇਤਾ ਦੀ ਲੋੜ ਹੈ। ਬਿਆਨ ਵਿੱਚ ਕਿਹਾ ਗਿਆ ਕਿ ਯੂਕਰੇਨ ਦੇ ਅੱਧੇ ਤੋਂ ਵੱਧ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਲੱਖਾਂ ਲੋਕਾਂ ਦੀ ਬਿਜਲੀ ਤੱਕ ਸੀਮਤ ਪਹੁੰਚ ਹੈ। ਬਿਆਨ ਦੇ ਅਨੁਸਾਰ ਇਸ ਫੰਡ ਦਾ ਵੱਡਾ ਹਿੱਸਾ ਪ੍ਰਸ਼ਾਸਨਿਕ ਸਮਰੱਥਾ, ਸਹਿਣਸ਼ੀਲਤਾ, ਪ੍ਰੋਜੈਕਟ ਲਈ ਜਨਤਕ ਖਰਚਿਆਂ ਸਮੇਤ ਕਈ ਪ੍ਰੋਜੈਕਟਾਂ ਰਾਹੀਂ ਵੰਡਿਆ ਗਿਆ ਹੈ। ਪੈਸਿਆਂ ਨੂੰ ਲੈ ਕੇ ਹੋਏ ਵਿਵਾਦ ਤੇ ਚਲਦਿਆਂ ਨਿਊ ਜਰਸੀ ਦੇ ਇੱਕ ਹੋਟਲ ਦੇ ਵਿੱਚ ਸੈਕਸ ਵਰਕਰ ਨੂੰ ਕਥਿਤ ਤੌਰ ਤੇ ਚਾਕੂ ਮਾਰਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ 26 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਰਸੀ ਸ਼ਹਿਰ ਦੇ ਵਨੀਤ ਤੇ ਹਥਿਆਰਬੰਦ ਡਕੈਤੀ, ਹਮਲਾ, ਅਪਰਾਧਿਕ ਸੰਜਮ, ਗੈਰ ਕਾਨੂੰਨੀ ਹਥਿਆਰ ਰੱਖਣ ਅਤੇ ਵੇਸਵਾ ਪੁਣੇ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਕੇਸ ਪੁਲਿਸ ਨੇ 9 ਅਪ੍ਰੈਲ ਨੂੰ ਹਾਰਮੋਨ ਮੀਡੋ ਦੇ ਵਿਖੇ ਐਲਫੋਰਟ ਹੋਟਲ ਤੋਂ ਮਦਦ ਦੇ ਲਈ ਬੁਲਾਉਣ ਵਾਲੀ ਔਰਤ ਕੋਲ ਗਏ। ਅਧਿਕਾਰੀਆਂ ਨੇ ਹੋਟਲ ਦੀ ਲਾਬੀ ਵਿੱਚ ਇੱਕ ਔਰਤ ਨੂੰ ਵੇਖਿਆ ਜਿਸ ਦੇ ਹੱਥ ਵਿੱਚ ਖੂਨ ਨਿਕਲ ਰਿਹਾ ਸੀ, ਜਿਸ ਨੇ ਕਿਹਾ ਕਿ ਉਹ ਪੈਸੇ ਦੇ ਬਦਲੇ ਜਿਨਸੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਉਦੇਸ਼ ਦੇ ਨਾਲ ਹੋਟਲ ਵਿੱਚ ਇੱਕ ਆਦਮੀ ਨੂੰ ਮਿਲੀ ਸੀ। ਪੁਲਿਸ ਨੇ ਇੱਕ ਬਿਆਨ 'ਚ ਕਿਹਾ ਕਿ ਔਰਤ ਵੱਲੋਂ ਰਾਵਰੀ ਨੂੰ ਕਮਰੇ ਤੋਂ ਬਾਹਰ ਜਾਣ ਦੇ ਲਈ ਕਹਿਣ ਤੇ ਉਸਨੇ ਚਾਕੂ ਦਿਖਾਉਂਦੇ ਹੋਏ ਔਰਤ ਕੋਲੋਂ ਆਪਣੇ ਪੈਸੇ ਵਾਪਸ ਮੰਗੇ, ਜਿਸ ਨੂੰ ਦੇਣ ਤੋਂ ਉਸਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਰਾਵਰੀ ਨੇ ਔਰਤ ਤੇ ਝਪਟਾ ਮਾਰਿਆ। ਇਸ ਸੰਘਰਸ਼ ਦੌਰਾਨ ਉਹ ਜ਼ਖਮੀ ਹੋ ਗਈ। ਰਾਵਰੀ ਨੇ ਉਸ ਨੂੰ ਕਮਰੇ ਤੋਂ ਬਾਹਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਔਰਤ ਮਦਦ ਦੇ ਲਈ ਰੌਲਾ ਪਾਉਂਦੇ ਹੋਏ ਹਾਲਵੇ ਵੱਲ ਜਾਣ ਵਿੱਚ ਕਾਮਯਾਬ ਹੋ ਗਈ। ਸੱਟ ਲੱਗਣ ਤੇ ਉਸ ਦਾ ਮੌਕੇ ਤੇ ਹੀ ਇਲਾਜ ਕੀਤਾ ਗਿਆ। ਪੁਲਿਸ ਨੇ ਰਾਵਰੀ ਨੂੰ ਹੋਟਲ ਦੀ ਲੌਬੀ ਵਿੱਚ ਉਸ ਦੀ ਜੈਕਟ ਅਤੇ ਪੈਰ ਤੇ ਖੂਨ ਦੇ ਨਾਲ ਲੱਥਪੱਥ ਪਾਇਆ। ਉਸ ਕੋਲੋਂ ਹਮਲੇ ਦੇ ਵਿੱਚ ਵਰਤਿਆ ਗਿਆ ਇੱਕ ਖੂਨ ਨਾਲ ਲੱਥਪੱਥ ਚਾਕੂ ਵੀ ਮਿਲਿਆ, ਜਿਸ ਤੋਂ ਬਾਅਦ ਵਿੱਚ ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਸਿਕੌਕਸ ਪੁਲਿਸ ਦੇ ਮੁਖੀ ਨੇ ਕਿਹਾ ਹੈ ਕਿ ਵੇਸਵਾਵਾਂ ਅਕਸਰ ਖੁਦ ਸਰੀਰਕ ਅਤੇ ਜਿਨਸੀ ਹਮਲਿਆਂ ਅਤੇ ਲੁੱਟ ਦਾ ਸ਼ਿਕਾਰ ਹੁੰਦੀਆਂ ਨੇ। ਰਵੂਰੀ ਇਸ ਸਮੇਂ ਹਡਸਨ ਕਾਉਂਟੀ ਜੇਲ੍ਹ ਵਿੱਚ ਬੰਦ ਹੈ। ਸੰਵੇਦਨਸ਼ੀਲ ਦਸਤਾਵੇਜ਼ਾਂ ਦੇ ਲੀਕ ਹੋਣ ਨੂੰ ਲੈ ਕੇ ਅਮਰੀਕਾ ਦੇ ਵਿੱਚ ਹੰਗਾਮਾ ਮਚ ਗਿਆ ਹੈ। ਪੈਂਟਾਗਨ ਨੇ ਕਿਹਾ ਕਿ ਦਸਤਾਵੇਜ਼ਾਂ ਦੇ ਲੀਕ ਹੋਣ ਦੇ ਨਾਲ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਦੇ ਲਈ ਗੰਭੀਰ ਖਤਰਾ ਹੈ। ਇਹਨਾਂ ਚੋਂ ਕਈ ਦਸਤਾਵੇਜ਼ ਯੂਕਰੇਨ ਯੁੱਧ ਨਾਲ ਸੰਬੰਧਿਤ ਨੇ। ਅਮਰੀਕੀ ਨਿਆਂ ਵਿਭਾਗ ਦਸਤਾਵੇਜ਼ ਤੇ ਲੀਕ ਹੋਣ ਦੀ ਜਾਂਚ ਕਰ ਰਿਹਾ। ਲੀਕ ਹੋਏ ਦਸਤਾਵੇਜ਼ਾਂ ਵਿੱਚ ਨਾ ਕੇਵਲ ਮੁਲਾਂਕਣ ਅਤੇ ਖੁਫੀਆ ਰਿਪੋਰਟਾਂ ਸ਼ਾਮਲ ਨੇ, ਜੋ ਨਾ ਸਿਰਫ ਯੂਕਰੇਨ ਅਤੇ ਰੂਸ ਤੇ ਸਗੋਂ ਅਮਰੀਕਾ ਦੇ ਸਹਿਯੋਗੀਆਂ ਦੇ ਬਹੁਤ ਹੀ ਸੰਵੇਦਨਸ਼ੀਲ ਵਿਸ਼ਲੇਸ਼ਣਾਂ ਨੂੰ ਛੂਹਦੀਆਂ ਨੇ। ਜਨਤਕ ਮਾਮਲਿਆਂ ਦੇ ਲਈ ਰੱਖਿਆ ਸਕੱਤਰ ਦੇ ਸਹਾਇਕ ਕ੍ਰਿਸ ਨੇ ਕਿਹਾ ਕਿ ਆਨਲਾਈਨ ਪ੍ਰਸਾਰਿਤ ਕੀਤੇ ਗਏ ਦਸਤਾਵੇਜ਼ ਦੇਸ਼ ਦੀ ਸੁਰੱਖਿਆ ਲਈ ਗੰਭੀਰ ਖਤਰਾ ਨੇ ਅਤੇ ਗਲਤ ਜਾਣਕਾਰੀ ਫੈਲਾਉਣ ਦੀ ਸਮਰੱਥਾ ਰੱਖਦੇ ਨੇ। ਮੇਗਰ ਨੇ ਕਿਹਾ, ਅਸੀਂ ਜਾਂਚ ਕਰ ਰਹੇ ਹਾਂ ਕਿ ਇਹ ਕਿਵੇਂ ਹੋਇਆ। ਇਹ ਪਤਾ ਲਗਾਉਣ ਲਈ ਕਦਮ ਚੁੱਕੇ ਗਏ ਨੇ ਕਿ ਇਸ ਤਰ੍ਹਾਂ ਦੀ ਜਾਣਕਾਰੀ ਕਿਵੇਂ ਅਤੇ ਕਿਸ ਨੂੰ ਪ੍ਰਸਾਰਿਤ ਕੀਤੀ ਗਈ ਹੈ। ਹਾਲ ਹੀ ਦੇ ਦਿਨਾਂ ਦੇ ਵਿੱਚ ਟਵਿੱਟਰ, ਟੈਲੀਗ੍ਰਾਮ, ਡਿਸਕਾਰਡ ਅਤੇ ਹੋਰ ਸਾਈਟਾਂ ਤੇ ਦਸਤਾਵੇਜ਼ਾਂ ਦੀਆਂ ਦਰਜਨਾਂ ਫੋਟੋਜ਼ ਮਿਲੀਆਂ। ਹਾਲਾਂਕਿ ਪਿਛਲੇ ਹਫ਼ਤੇ ਕੁਝ ਨੇ ਮੀਡੀਆ ਦਾ ਧਿਆਨ ਖਿੱਚਣ ਤੋਂ ਪਹਿਲਾਂ ਕੁਝ ਹਫ਼ਤਿਆਂ ਲਈ ਆਨਲਾਈਨ ਪ੍ਰਸਾਰਿਤ ਕੀਤੇ ਹੋ ਸਕਦੇ ਨੇ ਕਿ ਦਸਤਾਵੇਜ਼ ਅਸਲੀ ਹਨ। ਮੇਗਰ ਨੇ ਇਸ ਸਵਾਲ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਸਨੇ ਕਿਹਾ ਕਿ ਪੈਂਟਾਗਨ ਦੀ ਇੱਕ ਟੀਮ ਇਸ ਦਾ ਮੁਲਾਂਕਣ ਕਰ ਰਹੀ ਹੈ, ਪਰ ਨੋਟ ਕੀਤਾ ਕਿ ਆਨਲਾਈਨ ਪ੍ਰਸਾਰਿਤ ਕੀਤੀਆਂ ਗਈਆਂ ਫੋਟੋਜ਼ ਸੰਵੇਦਨਸ਼ੀਲ ਜਾਣਕਾਰੀ ਦਿਖਾਉਂਦੀਆਂ ਨੇ।
ਪਿਛਲੇ ਸਾਲ ਅਕਤੂਬਰ ਵਿੱਚ ਐਲਨ ਮਸਕ ਦੇ ਦੁਆਰਾ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਾਗ ਅਗਰਵਾਲ, ਮੁੱਖ ਵਿੱਤੀ ਅਧਿਕਾਰੀ ਨੇਟ ਸੇਗਲ ਅਤੇ ਕਾਨੂੰਨੀ ਮਾਮਲਿਆਂ ਅਤੇ ਨੀਤੀ ਮੁਖੀ ਵਿਜੇ ਗਾਡੇ ਨੂੰ ਕੰਪਨੀ ਤੋਂ ਹਟਾ ਦਿੱਤਾ ਗਿਆ ਸੀ ਔਰ ਇਹਨਾਂ ਤਿੰਨਾਂ ਸਾਬਕਾ ਅਧਿਕਾਰੀਆਂ ਨੇ ਸੋਮਵਾਰ ਨੂੰ ਮਾਈਕਰੋ ਬਲੌਗਿੰਗ ਸਾਈਟ ਟਵਿੱਟਰ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਇਸ ਮੁਕੱਦਮੇ ਰਾਹੀਂ ਕੰਪਨੀ ਨੇ ਕੰਪਨੀ ਤੋਂ ਹਟਾਏ ਜਾਣ ਤੋਂ ਬਾਅਦ ਸਾਬਕਾ ਨੌਕਰੀਆਂ ਨਾਲ ਸੰਬੰਧਿਤ ਮੁਕੱਦਮੇਬਾਜ਼ੀ, ਜਾਂਚ ਅਤੇ ਪੁੱਛਗਿੱਛ ਦੇ ਖਰਚਿਆਂ ਦੀ ਭਰਪਾਈ ਦੀ ਮੰਗ ਕੀਤੀ ਹੈ। ਪ੍ਰਾਗ ਅਗਰਵਾਲ, ਨੇਟ ਸੇਗਲ ਅਤੇ ਵਿਜੇ ਗਾਡੇ ਨੇ ਇਸ ਮੁਕੱਦਮੇ ਰਾਹੀਂ ਦਾਅਵਾ ਕੀਤਾ ਹੈ ਕਿ ਕੰਪਨੀ ਉਹਨਾਂ ਤੇ $1 ਮਿਲੀਅਨ ਤੋਂ ਵੱਧ ਬਕਾਇਆ ਹੈ। ਇਹ ਪੈਸਾ ਟਵਿੱਟਰ ਨੂੰ ਦੇਣਾ ਹੋਏਗਾ ਕਿਉਂਕਿ ਟਵਿੱਟਰ ਕਾਨੂੰਨੀ ਤੌਰ ਤੇ ਇਹ ਪੈਸੇ ਦੇਣ ਦੇ ਲਈ ਪਾਬੰਦ ਹੈ। ਨਿਊਜ਼ ਏਜੰਸੀ ਦੇ ਅਨੁਸਾਰ ਅਦਾਲਤੀ ਫਾਈਲਿੰਗ US ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਅਤੇ US ਡਿਪਾਰਟਮੈਂਟ ਆਫ ਜਸਟਿਸ ਦੁਆਰਾ ਕੀਤੇ ਗਏ ਪੁੱਛਗਿੱਛ ਦੇ ਨਾਲ ਸੰਬੰਧਿਤ ਵੱਖ-ਵੱਖ ਖਰਚਿਆਂ ਦਾ ਵੇਰਵਾ ਦਿੰਦੀ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਜਾਂਚ ਅਜੇ ਜਾਰੀ ਹੈ ਜਾਂ ਪੂਰੀ ਹੋ ਗਈ ਹੈ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਪ੍ਰਾਗ ਅਗਰਵਾਲ ਅਤੇ ਤਤਕਾਲੀ CFO ਨੇਟ ਸੇਗਲ ਨੇ ਪਿਛਲੇ ਸਾਲ US ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਵਿੱਚ ਗਵਾਹੀ ਦਿੱਤੀ ਸੀ ਅਤੇ ਸੰਘੀ ਅਥਾਰਟੀਆਂ ਦੇ ਨਾਲ ਸੰਪਰਕ ਕਰਨਾ ਜਾਰੀ ਰੱਖ ਰਹੇ ਨੇ। SEC US ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਟਵਿੱਟਰ ਸੌਦੇ ਦੀ ਜਾਂਚ ਕਰ ਰਿਹਾ ਕਿ ਐਲਨ ਮਸਕ ਨੇ ਟਵਿੱਟਰ ਸ਼ੇਅਰ ਖਰੀਦਣ ਵੇਲੇ ਪ੍ਰਤੀਭੂਤੀਆਂ ਦੇ ਨਿਯਮਾਂ ਦੀ ਪਾਲਣਾ ਕੀਤੀ ਸੀ ਜਾਂ ਨਹੀਂ। ਕਾਰੋਬਾਰੀ ਐਲਨ ਮਸਕ ਨੇ BBC ਨੂੰ ਕਿਹਾ ਕਿ ਟਵਿੱਟਰ ਚਲਾਉਣਾ ਕਾਫੀ ਦਰਦਨਾਕ ਰਿਹਾ ਹੈ, ਪਰ ਪਿਛਲੇ ਸਾਲ ਇਸ ਨੂੰ ਹਾਸਲ ਕਰਨ ਦੇ ਬਾਅਦ ਵੀ ਕੰਪਨੀ ਮੋਟੇ ਤੌਰ ਤੇ ਟੁੱਟ ਰਹੀ ਹੈ। ਟਵਿੱਟਰ SpaceX ਤੇ ਮੰਗਲਵਾਰ ਦੇਰ ਰਾਤ ਪ੍ਰਸਾਰਿਤ ਇੱਕ ਮੁਲਾਂਕਣ 'ਚ ਮਸਕ ਨੇ ਆਨਲਾਈਨ ਪਲੇਟਫਾਰਮ 'ਚ ਆਪਣੀ ਮਾਲਕੀ ਤੇ ਚਰਚਾ ਕੀਤੀ, ਜਿਸ ਵਿੱਚ ਮੁਲਾਜ਼ਮਾਂ ਦੀ ਛਾਂਟੀ, ਗਲਤ ਸੂਚਨਾ, ਆਪਣੀ ਕਾਰਜਸ਼ੈਲੀ ਸ਼ਾਮਲ ਹੈ। ਉਹਨਾਂ ਨੇ ਟਵਿੱਟਰ ਦੇ ਸਾਨ ਫਰਾਂਸਿਸਕੋ ਮੁੱਖ ਦਫ਼ਤਰ ਵਿੱਚ ਬ੍ਰਿਟਿਸ਼ ਪ੍ਰਸਾਰਕ ਨੂੰ ਦੱਸਿਆ ਕਿ ਇਹ ਅਕਾਊ ਨਹੀਂ ਸੀ, ਇਹ ਕਾਫੀ ਉਤਰਾਅ ਚੜ੍ਹਾਅ ਭਰਿਆ ਸੀ। ਮੁੱਖ ਧਾਰਾ ਦੇ ਕਿਸੇ ਖਬਰ ਸੰਸਥਾ ਲਈ ਮਸਕ ਦੀ ਮੁਲਾਕਾਤ ਕਰਨ ਦਾ ਇਹ ਇੱਕ ਦੁਰਲੱਭ ਮੌਕਾ ਸੀ। ਪਿਛਲੇ ਕੁਝ ਹਫ਼ਤਿਆਂ 'ਚ ਕੈਨੇਡਾ ਭਰ ਵਿੱਚ ਇਨਫਲੂਐਂਜ਼ਾ ਦੇ ਕਈ ਮਾਮਲੇ ਸਾਹਮਣੇ ਆਏ ਨੇ। ਇਹਨਾਂ ਵਿੱਚੋਂ ਬਹੁਤੇ ਮਾਮਲੇ ਇਨਫਲੂਐਂਜ਼ਾ B ਦੇ ਨੇ। ਇਹ ਜਾਣਕਾਰੀ ਕੈਨੇਡਾ ਫੁੱਲ ਵਾਚ ਵੱਲੋਂ ਦਿੱਤੀ ਗਈ ਹੈ। ਰਿਪੋਰਟ ਜਿਹੜੀ ਹਫ਼ਤਾਵਾਰੀ ਆਉਂਦੀ ਹੈ, ਜਿਸ ਵਿੱਚ ਕੈਨੇਡਾ ਭਰ ਦੇ ਫਲੂ ਦੇ ਮਾਮਲਿਆਂ ਦਾ ਟਰੈਕ ਰੱਖਿਆ ਜਾਂਦਾ ਹੈ, ਵਿੱਚ ਆਖਿਆ ਗਿਆ ਹੈ ਕਿ 2013 ਦੇ 13ਵੇਂ ਹਫ਼ਤੇ ਵਿੱਚ ਇਨਫਲੂਐਂਜ਼ਾ ਦੇ ਕੁੱਲ 510 ਮਾਮਲੇ, ਜਿਨ੍ਹਾਂ ਨੂੰ ਲੈਬੋਰੇਟਰੀ ਦੇ ਵਿੱਚ ਡਿਟੈਕਟ ਕੀਤਾ ਗਿਆ, ਸਾਹਮਣੇ ਆਏ। ਸਾਲ ਦੇ ਇਸ ਅਰਸੇ ਦੌਰਾਨ ਇੰਨੇ ਮਾਮਲੇ ਸਧਾਰਨ ਨਹੀਂ ਹਨ। ਇਹਨਾਂ ਨੇ ਪੁਸ਼ਟੀ ਕੀਤੇ ਗਏ ਫਲੂ ਦੇ ਮਾਮਲਿਆਂ 'ਚ 364 ਇਨਫਲੂਐਂਜ਼ਾ B ਦੇ ਸਨ ਤੇ ਬਾਕੀ 146 ਇਨਫਲੂਐਂਜ਼ਾ A ਦੇ ਸਨ। ਇਸ ਤੋਂ ਭਾਵ ਇਹ ਹੈ ਕਿ ਇਸ ਸਮੇਂ ਇਨਫਲੂਐਂਜ਼ਾ B ਤੇਜ਼ੀ ਨਾਲ ਫੈਲ ਰਿਹਾ ਹੈ ਤੇ ਇਨਫਲੂਐਂਜ਼ਾ ਦੇ 71% ਮਾਮਲਿਆਂ ਲਈ ਇਹੋ ਜ਼ਿੰਮੇਵਾਰ ਹੈ। ਪਿਛਲੇ ਸਾਲ ਦੇ ਮੁਕਾਬਲੇ ਇਹ ਸਟ੍ਰੇਨ ਇਸ ਸਮੇਂ ਕਿਤੇ ਉੱਚ ਪੱਧਰ ਉੱਤੇ ਫੈਲ ਰਿਹਾ ਹੈ। 2022 ਦੇ ਅੰਤ ਵਿੱਚ ਫਲੂ ਸੀਜ਼ਨ ਦੌਰਾਨ ਬਹੁਤੇ ਮਾਮਲੇ ਇਨਫਲੂਐਂਜ਼ਾ A ਦੇ ਸਨ ਤੇ ਇਨਫਲੂਐਂਜ਼ਾ B ਦਾ ਮਾਮਲਾ ਵਿਰਲਾ ਹੀ ਕਿਤੇ ਸਾਹਮਣੇ ਆ ਰਿਹਾ ਸੀ। ਪਿਛਲੇ ਸਾਲ ਮਾਰਚ-ਅਪ੍ਰੈਲ ਦੌਰਾਨ ਇਨਫਲੂਐਂਜ਼ਾ B ਦੇ ਸਿਰਫ 4 ਮਾਮਲੇ ਹੀ ਸਾਹਮਣੇ ਆਏ ਸੀ, ਜਦਕਿ ਇਨਫਲੂਐਂਜ਼ਾ A ਦੇ 1283 ਮਾਮਲੇ ਰਿਕਾਰਡ ਕੀਤੇ ਗਏ ਸੀ। 13ਵੇਂ ਹਫ਼ਤੇ ਦੇ ਵਿੱਚ ਇਨਫਲੂਐਂਜ਼ਾ ਕਾਰਨ 15 ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਤੇ ਇਹਨਾਂ ਵਿੱਚੋਂ 14 ਇਨਫਲੂਐਂਜ਼ਾ B ਦੇ ਮਾਮਲੇ ਸਨ। ਵਿਦੇਸ਼ ਮੰਤਰਾਲਾ ਦੇ ਅਨੁਸਾਰ ਭਾਰਤ ਅਤੇ ਕੈਨੇਡਾ ਵਪਾਰਕ ਸੰਬੰਧਾਂ ਦੇ ਵਿੱਚ ਗਤੀ ਵਧਾਉਣ ਅਤੇ ਵਿਗਿਆਨ ਤੇ ਤਕਨੀਕ, ਊਰਜਾ, ਸਿੱਖਿਆ, ਕੌਂਸਲਰ ਮੁੱਦਿਆਂ, ਅੱਤਵਾਦ ਦਾ ਮੁਕਾਬਲਾ ਕਰਨ ਅਤੇ ਸਵੈ ਵਿਵਸਥਿਤ ਗਤੀਸ਼ੀਲਤਾ ਦੇ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਸਹਿਮਤ ਹੋਏ ਨੇ। ਇਹ ਗੱਲਬਾਤ ਓਟਾਵਾ 'ਚ 11 ਅਪ੍ਰੈਲ ਨੂੰ ਹੋਈ ਸੀ। ਭਾਰਤ ਵੱਲੋਂ ਸੌਰਭ ਕੁਮਾਰ ਵਿਦੇਸ਼ ਮੰਤਰਾਲੇ 'ਚ ਸਕੱਤਰ ਅਤੇ ਸ੍ਰੀ ਡੇਵਿਡ ਮੈਰਿਸਨ ਵਿਦੇਸ਼ ਮਾਮਲਿਆਂ ਦੇ ਉਪ ਮੰਤਰੀ, ਕੌਮਾਂਤਰੀ ਮਾਮਲੇ ਕੈਨੇਡਾ ਨੇ ਸੰਬੰਧਿਤ ਪ੍ਰਤੀਨਿਧ ਮੰਡਲ ਦੀ ਅਗਵਾਈ ਕੀਤੀ। ਦੋਵੇਂ ਧਿਰਾਂ ਨੇ ਵਿਭਿੰਨ ਖੇਤਰਾਂ 'ਚ ਚੱਲ ਰਹੇ ਦੁਬੱਲੇ ਸਹਿਯੋਗ ਦੀ ਸਮੀਖਿਆ ਕਰਨ ਦਾ ਮੌਕਾ ਹਾਸਲ ਕੀਤਾ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਹਨਾਂ ਨੇ ਨਿਯਮਿਤ ਗੱਲਬਾਤ ਅਤੇ ਦੁਬੱਲੀ ਪ੍ਰਣਾਲੀ ਦੀਆਂ ਬੈਠਕਾਂ ਦਾ ਸਵਾਗਤ ਕੀਤਾ, ਜਿਸ ਵਿੱਚ ਆਗਮੀ ਮੰਤਰੀ ਪੱਧਰੀ ਦੌਰੇ ਦੇ ਵੀ ਸ਼ਾਮਲ ਨੇ, ਜੋ ਦੁਬੱਲੇ ਏਜੰਡੇ ਨੂੰ ਵਪਾਰਕ ਬਣਾਉਣ 'ਚ ਮਦਦ ਕਰਨਗੇ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ ਚੱਲ ਰਹੀ G20 ਅਗਵਾਈ ਦੇ ਸੰਦਰਭ ਦੇ ਵਿੱਚ ਕੈਨੇਡਾ ਨੇ ਭਾਰਤ ਦੀ ਅਗਵਾਈ ਲਈ ਸਮਰਥਨ ਪ੍ਰਗਟ ਕੀਤਾ। ਦੋਵੇਂ ਪੱਖ G20 ਸਫਲਤਾ ਯਕੀਨੀ ਬਣਾਉਣ ਦੇ ਲਈ ਮਿਲ ਕੇ ਕੰਮ ਕਰਨਗੇ। ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਯੂਕਰੇਨ ਦੇ ਲਈ ਨਵੀਂ ਮਿਲਟਰੀ, ਆਰਥਿਕ ਤੇ ਸੱਭਿਆਚਾਰਕ ਮਦਦ ਦਾ ਐਲਾਨ ਕੀਤਾ ਗਿਆ। ਇਹ ਐਲਾਨ ਟਰੂਡੋ ਨੇ ਟੋਰਾਂਟੋ ਵਿੱਚ ਯੂਕਰੇਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਸਮੇਂ ਕੀਤਾ। ਕੈਨੇਡਾ ਵੱਲੋਂ ਐਲਾਨੀ ਗਈ ਮਦਦ ਦੇ ਤਹਿਤ ਹਜ਼ਾਰਾਂ ਦੀ ਗਿਣਤੀ ਵਿੱਚ ਰਾਈਫਲਾਂ, ਦਰਜਨਾਂ ਮਸ਼ੀਨ ਗਨਸ ਤੇ ਵੱਡੀ ਗਿਣਤੀ 'ਚ ਗੋਲੀਆਂ ਸਿੱਕਾ ਯੂਕਰੇਨ ਨੂੰ ਮੁਹੱਈਆ
ਕਰਵਾਇਆ ਜਾਏਗਾ। ਟਰੂਡੋ ਤੇ ਯੂਕਰੇਨ ਦੇ ਪ੍ਰਧਾਨ ਮੰਤਰੀ ਡੈਨਿਸ ਵੱਲੋਂ ਇੱਕ ਨਵੇਂ ਸਮਝੌਤੇ ਉੱਤੇ ਵੀ ਦਸਤਖਤ ਕੀਤੇ ਗਏ, ਜਿਸ ਤਹਿਤ ਯੂਕਰੇਨੀਅਨ ਤੇ ਕੈਨੇਡੀਅਨ ਨੌਜਵਾਨਾਂ ਨੂੰ ਕੰਮਕਾਜ ਵਿੱਚ ਤੇ ਦੋਵੇਂ ਦੇਸ਼ਾਂ ਵਿੱਚ ਟਰੈਵਲ ਦੌਰਾਨ ਮਦਦ ਮਿਲੇਗੀ। ਇਸ ਦੇ ਨਾਲ ਹੀ ਮੌਜੂਦਾ ਕੈਨੇਡਾ ਯੂਕਰੇਨ ਫ੍ਰੀ ਟ੍ਰੇਡ ਡੀਲ ਨੂੰ ਵੀ ਅਪਡੇਟ ਕੀਤਾ ਗਿਆ ਹੈ। ਇਸ ਮੌਕੇ ਟਰੂਡੋ ਨੇ ਆਖਿਆ ਕਿ ਕੈਨੇਡਾ ਵੱਲੋਂ 14 ਰੂਸੀ ਵਿਅਕਤੀਆਂ, 34 ਰੂਸੀ ਵਸਤਾਂ, ਬੈਲਾਰੂਸ ਵਿੱਚ ਵਿੱਤੀ ਸੈਕਟਰ ਨਾਲ ਜੁੜੀਆਂ 9 ਆਰਗੇਨਾਈਜੇਸ਼ਨਸ ਉੱਤੇ ਵੀ ਨਵੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ। ਅਜਿਹਾ ਇਹਨਾਂ ਵੱਲੋਂ ਰੂਸ ਤੇ ਯੂਕਰੇਨ ਉੱਤੇ ਕੀਤੇ ਹਮਲੇ ਨੂੰ ਸਮਰਥਨ ਦੇਣ ਬਦਲੇ ਕੀਤਾ ਜਾ ਰਿਹਾ। ਸ਼ਮਹੈਲ ਨਾਲ ਨਿਊਜ਼ ਕਾਨਫਰੰਸ ਦੌਰਾਨ ਟਰੂਡੋ ਨੇ ਆਖਿਆ ਕਿ ਯੂਕਰੇਨ ਦਾ ਹੌਸਲਾ ਨਿਸ਼ਾਨੀ ਹੈ। ਉਹਨਾਂ ਨੇ ਆਖਿਆ ਕਿ ਪੁਤਿਨ ਦੇ ਜ਼ਾਲਮਾਨਾ ਫੈਸਲੇ ਤੇ ਕੀਤੀ ਗਈ ਚੜ੍ਹਾਈ ਖਿਲਾਫ ਯੂਕਰੇਨ ਨੇ ਖੁਦ ਦੀ ਹਿਫਾਜ਼ਤ ਦੇ ਲਈ ਡਟਣ ਦਾ ਜਿਹੜਾ ਜ਼ਿਕਰ ਕੀਤਾ ਹੈ, ਉਸ ਦੀ ਕੈਨੇਡਾ ਸ਼ਲਾਘਾ ਕਰਦਾ ਹੈ ਤੇ ਇਸ ਲਈ ਅਸੀਂ ਯੂਕਰੇਨ ਦੀ ਹਰ ਸੰਭਵ ਮਦਦ ਕਰਦੇ ਰਹਾਂਗੇ। ਇਸ ਦੌਰਾਨ ਯੂਕਰੇਨ ਦੇ ਪ੍ਰਧਾਨ ਮੰਤਰੀ ਵੱਲੋਂ ਹਰ ਤਰ੍ਹਾਂ ਦੇ ਦਿੱਤੇ ਜਾ ਰਹੇ ਸਮਰਥਨ ਦੇ ਲਈ ਕੈਨੇਡਾ ਦਾ ਸ਼ੁਕਰੀਆ ਵੀ ਅਦਾ ਕੀਤਾ ਹੈ। ਉਹਨਾਂ ਨੇ ਪੂਰਬੀ ਯੂਕਰੇਨ ਵਿੱਚ ਡਿਫੈਂਸ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਵਾਧੂ ਮਿਲਟਰੀ ਸਹਿਯੋਗ ਦੀ ਵੀ ਕੈਨੇਡਾ ਤੋਂ ਮੰਗ ਕੀਤੀ ਹੈ। ਕੈਨੇਡਾ ਤੋਂ ਭਾਈਚਾਰੇ ਲਈ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਰਹਿੰਦੇ 25 ਸਾਲਾ ਨੌਜਵਾਨ ਬਿਕਰਮ ਸਿੰਘ ਦੀ ਅਚਾਨਕ ਮੌਤ ਹੋ ਜਾਣ ਦੀ ਖਬਰ ਹੈ। GoFundMe ਪੇਜ ਦੇ ਮੁਤਾਬਕ ਬਿਕਰਮ ਸਿੰਘ ਅਜੇ 3 ਦਿਨ ਪਹਿਲਾਂ ਹੀ ਆਪਣੇ ਪਿਤਾ ਦਾ ਅੰਤਮ ਸੰਸਕਾਰ ਕਰਕੇ ਕੈਨੇਡਾ ਪੁੱਜਾ ਸੀ। ਉਸਦੇ ਪਿਤਾ ਕੈਂਸਰ ਤੋਂ ਪੀੜਤ ਸਨ। ਕੈਨੇਡੀਅਨ ਸੂਬੇ ਅਲਬਰਟਾ 'ਚ ਸ਼ਹਿਰ ਐਡਮਿੰਟਨ ਦੇ ਸਟ੍ਰੈਥਕੋਨਾ ਇਲਾਕੇ 'ਚ ਪੰਜਾਬੀ ਮੂਲ ਦੇ ਇੱਕ ਕਾਂਸਟੇਬਲ ਹਰਵਿੰਦਰ ਸਿੰਘ ਧਾਮੀ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਇਹ ਹਾਦਸਾ ਸੋਮਵਾਰ ਵੱਡੇ ਤੜਕੇ 2 ਵਜੇ ਵਾਪਰਿਆ ਜਦੋਂ ਧਾਮੀ ਡਿਊਟੀ ਤੇ ਤਾਇਨਾਤ ਸੀ ਤੇ ਸ਼ਿਕਾਇਤ ਮਿਲਣ ਤੇ ਕਿਸੇ ਘਟਨਾ ਸਥਾਨ ਤੇ ਜਾ ਰਿਹਾ ਸੀ। ਉਸ ਦੀ ਕਾਰ ਕੰਕਰੀਟ ਦੇ ਇੱਕ ਵੱਡੇ ਬੈਰੀਅਰ ਨਾਲ ਜਾ ਟਕਰਾਈ ਤੇ ਭਾਣਾ ਵਰਤ ਗਿਆ। ਐਮਰਜੈਂਸੀ ਸੇਵਾ ਦੇ ਮੁਲਾਜ਼ਮਾਂ ਤੇ ਆਮ ਨਾਗਰਿਕਾਂ ਨੇ ਭਾਵੇਂ ਬਹੁਤ ਯਤਨ ਕੀਤੇ, ਪਰ ਉਸ ਜ਼ਖਮਾਂ ਦੀ ਤਾਬ ਨਾਲ ਚੱਲਦਿਆਂ ਦਮ ਤੋੜ ਗਿਆ। ਇਸ ਦੁਖਦਾਈ ਹਾਦਸੇ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। 32 ਸਾਲਾ ਧਾਮੀ 4 ਸਾਲ ਪਹਿਲਾਂ 2019 ਦੌਰਾਨ ਪੁਲਿਸ ਸੇਵਾ 'ਚ ਭਰਤੀ ਹੋਇਆ ਸੀ। ਉਸਨੇ ਪਰਿਵਾਰ 'ਚ ਪਤਨੀ ਰਵਿੰਦਰ ਕੌਰ, ਮਾਂ, ਭੈਣ ਅਤੇ ਭਰਾ ਨੇ। ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਰਾਜ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਕਮਾਂਡਿੰਗ ਅਫਸਰ ਤੇ ਡਿਪਟੀ ਕਮਿਸ਼ਨਰ ਕਰਟਿਸ ਨੇ ਇਸ ਦੁਖਦਾਈ ਘਟਨਾ 'ਚ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇੱਕ ਸਰਕਾਰੀ ਅਧਿਕਾਰੀ ਦੀ ਬੇਵਕਤ ਮੌਤ ਹੋਣ ਕਾਰਨ ਸੋਗ ਵਜੋਂ ਕੈਲਗਰੀ ਸਥਿਤ ਅਲਬਰਟਾ ਵਿਧਾਨ ਸਭਾ ਦੇ ਝੰਡੇ ਝੁਕਾ ਦਿੱਤੇ ਗਏ। ਬੈਂਕ ਆਫ ਕੈਨੇਡਾ ਵੱਲੋਂ ਇੱਕ ਵਾਰੀ ਫਿਰ 4.5% ਉੱਤੇ ਆਪਣੀਆਂ ਵਿਆਜ ਦਰਾਂ ਸਥਿਰ ਰੱਖੀਆਂ ਜਾ ਰਹੀਆਂ ਨੇ, ਪਰ ਨੇੜੇ ਭਵਿੱਖ ਵਿੱਚ ਇਹਨਾਂ ਦਰਾਂ 'ਚ ਵਾਧਾ ਹੋਣ ਤੇ ਬੈਂਕ ਵੱਲੋਂ ਇਨਕਾਰ ਨਹੀਂ ਕੀਤਾ ਗਿਆ। ਬੁੱਧਵਾਰ ਨੂੰ ਸੈਂਟਰਲ ਬੈਂਕ ਨੇ ਆਖਿਆ ਕਿ ਤਾਜ਼ਾ ਆਰਥਿਕ ਡਾਟਾ ਤੋਂ ਇਹ ਸਾਹਮਣੇ ਆਇਆ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਮਹਿੰਗਾਈ 'ਚ ਗਿਰਾਵਟ ਦਰਜ ਕੀਤੀ ਜਾਏਗੀ, ਪਰ ਬੈਂਕ ਨੇ ਆਖਿਆ ਕਿ ਮਹਿੰਗਾਈ ਦਰ ਨੂੰ ਮੁੜ 2% ਉੱਤੇ ਲੈ ਕੇ ਆਉਣਾ ਹੋਰ ਵੀ ਔਖਾ ਕੰਮ ਹੋਏਗਾ। ਸੈਂਟਰਲ ਬੈਂਕ ਨੇ ਆਖਿਆ ਕਿ ਉਸਦੀ ਗਵਰਨਿੰਗ ਕਾਉਂਸਲ ਇਹ ਪਤਾ ਲਗਾਉਣਾ ਜਾਰੀ ਰੱਖੇਗੀ ਕਿ ਵਿਆਜ ਦਰਾਂ ਇੰਨੀਆਂ ਵੱਧ ਨੇ ਕਿ ਮਹਿੰਗਾਈ ਨੂੰ ਮੁੜ ਟੀਚੇ ਉੱਤੇ ਲਿਆਂਦਾ ਜਾ ਸਕੇ। ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਬੈਂਕ ਆਫ ਕੈਨੇਡਾ ਆਪਣੀਆਂ ਇਹੋ ਵਿਆਜ ਦਰਾਂ ਬਰਕਰਾਰ ਰੱਖੇਗਾ ਕਿਉਂਕਿ ਮਹਿੰਗਾਈ ਅਰਥ ਭਰਪੂਰ ਢੰਗ ਦੇ ਨਾਲ ਘਟ ਰਹੀ ਹੈ। ਫਰਵਰੀ ਵਿੱਚ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ 5.2% ਉੱਤੇ ਆ ਗਈ ਹੈ ਤੇ ਪਹਿਲਾਂ ਕੀਤੀ ਗਈ ਪੇਸ਼ਨਗੋਈ ਨਾਲੋਂ ਇਹ ਹੇਠਲੇ ਪੱਧਰ ਉੱਤੇ ਹੈ ਤੇ ਅਜਿਹਾ ਲਗਾਤਾਰ ਦੂਜੇ ਮਹੀਨੇ ਹੋ ਰਿਹਾ ਹੈ। ਡਾਊਨਟਾਊਨ ਟੋਰਾਂਟੋ ਵਿੱਚ ਉਸਾਰੀ ਅਧੀਨ ਇਮਾਰਤ ਲਈ ਲਗਾਈ ਗਈ ਮਚਾਨ ਹੇਠਾਂ ਡਿੱਗ ਜਾਣ ਕਾਰਨ 2 ਵਿਅਕਤੀ ਜ਼ਖਮੀ ਹੋ ਗਏ। ਮੰਗਲਵਾਰ ਦੁਪਹਿਰੇ 1:30 ਵਜੇ ਤੋਂ ਪਹਿਲਾਂ ਪੁਲਿਸ ਨੂੰ ਸਪੈਡੀਨਾ ਐਵਨਿਊ ਤੇ ਬ੍ਰੈਬਨ ਦੇ ਵੈਸਟ ਇਲਾਕੇ 'ਚ ਸੱਦਿਆ ਗਿਆ। ਪੁਲਿਸ ਨੇ ਇਸ ਘਟਨਾ ਵਿੱਚ ਇੱਕ ਮਹਿਲਾ ਨੂੰ ਲੱਤ ਉੱਤੇ ਸੱਟ ਲੱਗੀ ਤੇ ਇੱਕ ਹੋਰ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗਣ ਬਾਰੇ ਦੱਸਿਆ। ਮਚਾਨ ਸਿੱਧਾ ਸਟਰੀਟ ਲਾਈਟ ਉੱਤੇ ਡਿੱਗ ਕੇ ਇਸ ਕਾਰਨ ਇਲਾਕੇ 'ਚ ਟ੍ਰੈਫਿਕ ਲਾਈਟਾਂ ਵੀ ਬੰਦ ਹੋ ਗਈਆਂ। ਉੱਤਰ ਵਾਲੇ ਪਾਸੇ ਸਪੈਡੀਨਾ ਨੂੰ ਬ੍ਰੈਮਨਰ ਕੋਲ ਬੰਦ ਕਰ ਦਿੱਤਾ ਗਿਆ, ਪਰ ਬਾਅਦ ਵਿੱਚ ਆਸ਼ੰਕ ਤੌਰ ਉੱਤੇ ਉਸ ਨੂੰ ਖੋਲ੍ਹ ਦਿੱਤਾ ਗਿਆ। ਟ੍ਰੈਫਿਕ ਨੂੰ ਸਹੀ ਢੰਗ ਦੇ ਨਾਲ ਚਲਾਉਣ ਦੇ ਲਈ ਪੁਲਿਸ ਮੌਕੇ ਉੱਤੇ ਪਹੁੰਚ ਚੁੱਕੀ ਸੀ ਤੇ ਡਰਾਈਵਰਾਂ ਨੂੰ ਇਸ ਇਲਾਕੇ 'ਚ ਜਾਣ ਤੋਂ ਵਰਜਿਆ ਜਾ ਰਿਹਾ ਸੀ। ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਪੰਜਾਬ ਵਿੱਚ ਹੋਣ ਵਾਲੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਇੰਦਰ ਇਕਬਾਲ ਸਿੰਘ ਅਟਵਾਲ ਦੇ ਦਾਅ ਖੇਡਦਿਆਂ ਹੈ ਤੇ ਉਹਨਾਂ ਨੂੰ ਜਲੰਧਰ 'ਚ ਹੋਣ ਵਾਲੀ ਲੋਕ ਸਭਾ ਜ਼ਿਮਨੀ ਚੋਣ ਦੇ ਲਈ ਆਪਣਾ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ। ਦੱਸ ਦਈਏ ਕਿ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਫਿਲਹਾਲ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਕਿਸ ਪਾਰਟੀ ਦਾ ਉਮੀਦਵਾਰ ਬਾਜੀ ਮਾਰਦਾ ਹੈ। ਇਸ ਤੋਂ ਇਲਾਵਾ ਭਾਜਪਾ ਨੇ ਉੜੀਸਾ 'ਚ ਝਾਰਸੁਗੁਡਾ 'ਚ ਹੋਣ ਵਾਲੀ ਉਪ ਚੋਣ ਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ। ਭਾਜਪਾ ਨੇ ਟਾਂਗਧਰ ਤ੍ਰਿਪਾਠੀ ਨੂੰ ਮੈਦਾਨ 'ਚ ਉਤਾਰਿਆ ਹੈ। 10 ਮਈ ਨੂੰ ਹੋਣ ਵਾਲੀ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਚੋਣ ਕਮਿਸ਼ਨ ਨੇ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ਭਾਰਤ ਚੋਣ ਕਮਿਸ਼ਨ ਨੇ ਲੋਕ ਸਭਾ ਹਲਕਾ ਜਲੰਧਰ ਜ਼ਿਮਨੀ ਚੋਣ ਕਰਵਾਉਣ ਲਈ ਵਿਸਤ੍ਰਿਤ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਮੁੱਖ ਚੋਣ ਅਧਿਕਾਰੀ ਪੰਜਾਬ ਸਿਬਨ ਸੀ ਨੇ ਦੱਸਿਆ ਕਿ ਇਸ ਬਾਰੇ ਨੋਟੀਫਿਕੇਸ਼ਨ 13 ਅਪ੍ਰੈਲ ਵੀਰਵਾਰ ਨੂੰ ਜਾਰੀ ਕੀਤਾ ਜਾਏਗਾ, ਜਦਕਿ ਨਾਮਜ਼ਦਗੀਆਂ ਕਰਨ ਦੀ ਆਖਰੀ ਮਿਤੀ 20 ਅਪ੍ਰੈਲ ਦਿਨ ਵੀਰਵਾਰ ਹੈ। ਉਹਨਾਂ ਨੇ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 21 ਅਪ੍ਰੈਲ ਨੂੰ ਹੋਏਗੀ ਅਤੇ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 24 ਅਪ੍ਰੈਲ ਹੋਏਗੀ।
13 ਮਈ ਦਿਨ ਸ਼ਨੀਵਾਰ ਨੂੰ ਹੋਏਗੀ। ਉਹਨਾਂ ਨੇ ਦੱਸਿਆ ਕਿ ਚੋਣ ਪ੍ਰਕਿਰਿਆ 15 ਮਈ ਦਿਨ ਸੋਮਵਾਰ ਨੂੰ ਮੁਕੰਮਲ ਕੀਤੀ ਜਾਏਗੀ। ਉਹਨਾਂ ਨੇ ਦੱਸਿਆ ਕਿ ਉਮੀਦਵਾਰ ਨਾਮਜ਼ਦਗੀ ਪੱਤਰ 13 ਅਪ੍ਰੈਲ ਤੋਂ 20 ਅਪ੍ਰੈਲ 2023 ਤੱਕ ਜਨਤਕ ਛੁੱਟੀ ਤੋਂ ਇਲਾਵਾ ਕਿਸੇ ਵੀ ਦਿਨ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਰਿਟਰਨਿੰਗ ਅਫਸਰ ਕੋਲ ਪੇਸ਼ ਕੀਤੇ ਜਾਣੇ ਨੇ। ਡਿਪਟੀ ਕਮਿਸ਼ਨਰ ਜਲੰਧਰ ਰਿਟਰਨਿੰਗ ਅਫਸਰ ਨੇ ਇੱਕ ਸੰਸਦੀ ਚੋਣ ਸੀਟ ਦੇ ਲਈ ਯਾਨੀ ਕਿ ਇੱਕ ਸੰਸਦੀ ਚੋਣ ਖੇਤਰ ਸੀਟ ਦੇ ਲਈ ਯੋਗਤਾ ਪ੍ਰਾਪਤ ਕਰਨ ਦੇ ਲਈ ਇੱਕ ਉਮੀਦਵਾਰ ਨੂੰ ਕਿਸੇ ਵੀ ਸੰਸਦੀ ਹਲਕੇ ਲਈ ਇੱਕ ਵੋਟਰ ਵਜੋਂ ਰਜਿਸਟਰ ਕੀਤਾ ਜਾਣਾ ਚਾਹੀਦਾ ਹੈ। ਇਸ ਨੁਕਤੇ ਤੇ ਸੰਬੰਧਿਤ ਰਿਟਰਨਿੰਗ ਅਫਸਰ ਨੂੰ ਸੰਤੁਸ਼ਟ ਕਰਨ ਦੇ ਲਈ ਉਮੀਦਵਾਰਾਂ ਨੂੰ ਲਾਗੂ ਵੋਟਰ ਸੂਚੀ ਦੀ ਸੰਬੰਧਿਤ ਐਂਟਰੀ ਦੀ ਪ੍ਰਮਾਣਿਤ ਕਾਪੀ ਪੇਸ਼ ਕਰਨੀ ਚਾਹੀਦੀ ਹੈ। ਸੰਬੰਧਿਤ ਰਿਟਰਨਿੰਗ ਅਫਸਰ ਜਾਂ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਅਧਿਕਾਰਤ ਕਿਸੇ ਹੋਰ ਵਿਅਕਤੀ ਦੇ ਸਾਹਮਣੇ ਨਿਰਧਾਰਤ ਫਾਰਮ ਵਿੱਚ ਸਹੁੰ ਜਾਂ ਪੁਸ਼ਟੀ ਕਰਨ ਦੇ ਲਈ ਇੱਕ ਸਰਟੀਫਿਕੇਟ ਦੀ ਲੋੜ ਹੁੰਦੀ ਹੈ। ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਭਰੇ ਜਾਣ ਤੋਂ ਬਾਅਦ ਅਤੇ ਨਾਮਜ਼ਦਗੀਆਂ ਦੀ ਪੜਤਾਲ ਦੇ ਲਈ ਨਿਰਧਾਰਤ ਮਿਤੀ ਤੋਂ ਪਹਿਲਾਂ ਸਹੁੰ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ ਤੇ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।